ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਪ੍ਰਵਾਸ ਆਧੁਨਿਕ ਯੁੱਗ ਦਾ ਇੱਕ ਅਨਿੱਖੜਵਾਂ ਅੰਗ ਹੈ ਤੇ ਆਧੁਨਿਕਤਾ ਦੇ ਆਗਮਨ ਤੋਂ ਛੇਤੀ ਬਾਅਦ ਹੀ ਪੰਜਾਬੀ ਪ੍ਰਵਾਸ ਕਰਨ ਲੱਗ ਪਏ ਸਨ, ਜਿਸ ਦੇ ਸੱਟੇ ਵਜੋਂ ਇਹਨਾਂ ਨੇ ਆਪਣਾ ਇੱਕ ਵੱਖਰਾ ਰਾਹ ਤੇ ਇਤਿਹਾਸ ਸਿਰਜਿਆ। ਅੱਜ ਮੈਂ ਅਜਿਹੀ ਇੱਕ ਸ਼ਖਸੀਅਤ ਦਾ ਜ਼ਿਕਰ ਕਰਾਂਗਾ ਜਿਸ ਦਾ ਨਾਮ ਭਗਤ ਸਿੰਘ ਥਿੰਦ ਹੈ। ਭਗਤ ਸਿੰਘ 1913 ਵਿੱਚ ਉੱਚ ਪੜ੍ਹਾਈ ਲਈ ਸੀਐਟਲ 'ਚ ਆਏ ਤੇ ਇਹ ਉਹ 7000 ਫਰਦ ਵਿੱਚੋਂ ਸਨ ਜੋ ਉਸ ਸਮੇਂ ਦੌਰਾਨ ਪੈਸੀਫਿਕ ਉੱਤਰ ਪੱਛਮੀ 'ਚ ਬਿਮਾਰੀ ਅਤੇ ਬਰਤਾਨਵੀ ਸਾਮਰਾਜ ਤੋਂ ਤੰਗ ਹੋ ਕੇ ਆਏ ਸਨ। ਭਗਤ ਸਿੰਘ ਥਿੰਦ ਪਹਿਲੇ ਸਿੱਖ ਸਨ ਜਿਨ੍ਹਾਂ ਨੇ ਅਮਰੀਕੀ ਸ਼ਹਿਰੀਅਤ ਹਾਸਲ ਕਰਨ ਲਈ ਜਦੋਜਹਿਦ ਕੀਤੀ ਅਤੇ ਗਦਰ ਪਾਰਟੀ ਨਾਲ ਰਲ ਕੇ ਆਜ਼ਾਦੀ ਦੀ ਲੜਾਈ ਵਿੱਚ ਵੀ ਹਿੱਸਾ ਲਿਆ। ਭਗਤ ਸਿੰਘ ਥਿੰਦ ਦਾ ਜਨਮ 3 ਅਕਤੂਬਰ 1892 ਨੂੰ ਅੰਮ੍ਰਿਤਸਰ ਜ਼ਿਲ੍ਹੇ ਦੇ ਜੰਡਿਆਲਾ ਗੁਰੂ ਦੇ ਕੋਲ ਪੈਂਦੇ ਪਿੰਡ ਤਾਰਾਗੜ੍ਹ ਤਲਾਵਾ ਵਿੱਚ ਹੋਇਆ। ਆਪਣੀ ਮੁੱਢਲੀ ਪੜ੍ਹਾਈ ਖਾਲਸਾ ਕਾਲਜ ਤੋਂ ਸੰਪੂਰਨ ਕਰਨ ਬਾਅਦ ਉਹ 1 ਸਾਲ ਮਨੀਲਾ ਵਿੱਚ ਰਹੇ ਤੇ ਉਸ ਤੋਂ ਬਾਅਦ ਭਗਤ ਸਿੰਘ ਨੇ ਧਰਮ ਅਤੇ ਸਾਹਿਤ ਦੀ ਪੜ੍ਹਾਈ ਯੂਨੀਵਰਸਿਟੀ ਆਫ ਕੈਲੀਫੋਰਨੀਆ ਬਰਕਲੇ ਤੋਂ ਕੀਤੀ। ਗਰਮੀਆਂ ਵਿੱਚ ਉਹ ਐਸਟੋਰੀਆ ਜੋ ਓਰੇਗਨ ਸੂਬੇ ਦਾ ਸ਼ਹਿਰ ਹੈ ਤੇ ਵਾਸ਼ਿੰਗਟਨ ਇਹਨਾਂ ਦੀ ਲੱਕੜ ਮਿੱਲ ਵਿੱਚ ਕੰਮ ਕਰਦੇ ਰਹੇ। ਇੱਥੇ ਹੀ ਇਹਨਾਂ ਦੀ ਮੁਲਾਕਾਤ ਫਿਨਲੈਂਡ ਦੇ ਕੁਝ ਇਮੀਗ੍ਰੈਂਟਸ ਨਾਲ ਹੋਈ ਜੋ ਆਪਣੀਆਂ ਮੂਲ ਰਾਜਨੀਤਿਕ ਪਾਰਟੀਆਂ ਨਾਲ ਸੰਬੰਧ ਰੱਖਦੇ ਸਨ ਤੇ ਇੱਥੋਂ ਪ੍ਰੇਰਿਤ ਹੋ ਕੇ ਉਹਨਾਂ ਗਦਰ ਪਾਰਟੀ ਜੁਆਇਨ ਕੀਤੀ ਤੇ ਅਮਰੀਕਾ 'ਚ ਰਹਿ ਕੇ ਸੇਵਾ ਨਿਭਾਉਂਦੇ ਰਹੇ। ਭਗਤ ਸਿੰਘ ਥਿੰਦ 1917 ਵਿੱਚ ਸੰਸਾਰ ਯੁੱਧ ਪਹਿਲਾ ਸ਼ੁਰੂ ਹੋਣ ਤੋਂ 3 ਸਾਲ ਬਾਅਦ US ਆਰਮੀ 'ਚ ਭਰਤੀ ਹੋਏ ਤੇ ਪਹਿਲੇ ਐਸੇ ਅਮਰੀਕੀ ਫੌਜੀ ਹੋਏ ਜੋ ਪੱਗ ਬੰਨ੍ਹਦੇ ਸਨ। ਉਹਨਾਂ ਨੇ ਕੈਂਪ ਲੂਇਸ, ਟੈਕੋਮਾ, ਵਾਸ਼ਿੰਗਟਨ 'ਚ ਆਪਣੀ ਟ੍ਰੇਨਿੰਗ ਕੀਤੀ ਅਤੇ 1918 'ਚ ਜੰਗ ਖਤਮ ਹੋਣ ਉਪਰੰਤ ਉਹਨਾਂ ਨੂੰ ਸਤਿਕਾਰ ਸਹਿਤ ਸੇਵਾ ਮੁਕਤ ਕੀਤਾ ਗਿਆ। ਫੌਜ ਵਿੱਚ ਸੇਵਾ ਦੌਰਾਨ ਹੀ 1918 'ਚ ਉਹਨਾਂ ਨੇ US ਸ਼ਹਿਰੀਅਤ ਲਈ ਅਰਜ਼ੀ ਦਿੱਤੀ ਤੇ ਕੋਰਟ ਨੇ ਪ੍ਰਵਾਨ ਕਰ ਲਈ, ਪਰ ਬਿਊਰੋ ਆਫ ਨੈਚੁਰਲਾਈਜੇਸ਼ਨ ਨੇ ਇਹਨਾਂ ਨੂੰ ਖਾਰਜ ਕੀਤਾ ਕਿਉਂਕਿ ਸਿਰਫ ਗੋਰੀ ਚਮੜੀ ਵਾਲੇ ਹੀ ਸਿਟੀਜ਼ਨ ਬਣ ਸਕਦੇ ਸਨ। ਉਸ ਸਮੇਂ ਸਾਰੇ ਭਾਰਤੀਆਂ ਨੂੰ ਹਿੰਦੂ ਹੀ ਸਮਝਿਆ ਜਾਂਦਾ ਸੀ, ਇਸ ਕਰਕੇ ਸਿੱਖ ਹੋਣ ਦੇ ਬਾਵਜੂਦ ਭਗਤ ਸਿੰਘ ਨੂੰ ਹਿੰਦੂ ਹੀ ਸੰਬੋਧਨ ਕੀਤਾ ਗਿਆ। ਅਗਲੇ ਸਾਲ 1919 'ਚ ਥਿੰਦ ਨੇ ਓਰੇਗਨ ਸੂਬੇ ਰਾਹੀਂ ਅਰਜ਼ੀ ਦਿੱਤੀ ਤੇ ਆਪਣੇ ਆਪ ਨੂੰ ਇੱਕ ਗੋਰੇ ਵਜੋਂ ਪੇਸ਼ ਕੀਤਾ ਕਿਉਂਕਿ ਉਸ ਸਮੇਂ ਮਾਨਵ ਵਿਗਿਆਨੀ ਭਾਰਤੀਆਂ ਨੂੰ ਕਾਕੇਸ਼ੀਅਨ ਹੀ ਕਹਿੰਦੇ ਸਨ, ਜਿਸ ਦੇ ਮਾਨੇ ਗੋਰਾ ਹੀ ਹੈ। ਇਸ ਆਧਾਰ ਨਾਲ ਭਗਤ ਸਿੰਘ ਥਿੰਦ ਦਾ ਕੇਸ ਹੋਰ ਮਜ਼ਬੂਤ ਹੋਇਆ ਤੇ ਜੱਜ ਨੇ ਭਗਤ ਸਿੰਘ ਥਿੰਦ ਦੀ ਫੌਜੀ ਸੇਵਾ ਵੀ ਮੱਦੇਨਜ਼ਰ ਰੱਖੀ ਤੇ 1920 ਨਵੰਬਰ ਵਿੱਚ ਉਹਨਾਂ ਨੂੰ ਸਿਟੀਜ਼ਨਸ਼ਿਪ ਦੇ ਦਿੱਤੀ। ਪਰ 1923 'ਚ US ਸੁਪਰੀਮ ਕੋਰਟ ਨੇ ਇਹ ਮੰਨਿਆ ਕਿ ਭਾਰਤੀ ਗੋਰੇ ਨਹੀਂ ਹਨ। ਸੈਕਸ਼ਨ 2169 ਦੇ ਮੁਤਾਬਿਕ ਨੈਚੁਰਲਾਈਜੇਸ਼ਨ ਦਾ ਐਕਟ ਸਿਰਫ ਗੋਰੀ ਚਮੜੀ ਵਾਲੇ ਲੋਕਾਂ ਜਾਂ ਅਫਰੀਕੀ ਮੂਲ ਨਾਲ ਸੰਬੰਧ ਰੱਖਦੇ ਲੋਕਾਂ ਲਈ ਹੀ ਹੈ। ਇਸ ਕਰਕੇ 1923 ਤੋਂ 1926 ਦੌਰਾਨ 50 ਭਾਰਤੀਆਂ ਦੀ ਸ਼ਹਿਰੀਅਤ ਖਤਮ ਕਰ ਦਿੱਤੀ ਗਈ ਤੇ ਸੁਭਾਵਿਕ ਤੌਰ ਤੇ ਭਗਤ ਸਿੰਘ ਥਿੰਦ ਦੀ ਸ਼ਹਿਰੀਅਤ ਵੀ ਖਤਮ ਕਰ ਦਿੱਤੀ ਗਈ। ਆਪਣੇ ਆਖਰੀ ਅਟੈਂਪਟ 1935 ਵਿੱਚ ਭਗਤ ਸਿੰਘ ਥਿੰਦ ਨੇ ਨਿਊਯਾਰਕ ਸੂਬੇ ਦੇ ਨਾਇਲੀ ਐਕਟ ਰਾਹੀਂ ਅਰਜ਼ੀ ਪਾਈ ਜੋ ਸੰਸਾਰ ਯੁੱਧ ਪਹਿਲੇ ਦੇ ਫੌਜੀਆਂ ਨੂੰ ਸ਼ਹਿਰੀਅਤ ਦੀ ਪ੍ਰਵਾਨਗੀ ਦਿੰਦਾ ਸੀ, ਯਾਨੀ ਕਿ ਜੋ ਵੀ ਫੌਜੀਆਂ ਨੇ ਸੰਸਾਰ ਯੁੱਧ ਪਹਿਲੇ ਵਿੱਚ ਸੇਵਾਵਾਂ ਦਿੱਤੀਆਂ ਹਨ ਉਹ ਸ਼ਹਿਰੀਅਤ ਦਾ ਸੰਪੂਰਨ ਤੌਰ ਤੇ ਹੱਕ ਰੱਖਦੇ ਹਨ। ਤੇ ਇੱਦਾਂ 20 ਸਾਲ ਦੀ ਮੁਸਲਸਲ ਕਾਨੂੰਨੀ ਲੜਾਈ ਤੋਂ ਬਾਅਦ ਭਗਤ ਸਿੰਘ ਥਿੰਦ ਸਥਾਈ ਤੌਰ ਤੇ ਅਮਰੀਕੀ ਸ਼ਹਿਰੀ ਬਣ ਗਏ। ਮਾਰਚ 1931 ਵਿੱਚ ਭਗਤ ਸਿੰਘ ਥਿੰਦ ਦਾ ਵਿਆਹ ਵਿਵੀਅਨ ਡੇਵਿਸ ਨਾਮ ਦੀ ਅਮਰੀਕੀ ਸ਼ਹਿਰੀ ਨਾਲ ਹੋਇਆ ਤੇ ਵਿਵੀਅਨ ਡੇਵਿਸ ਤੋਂ ਉਹਨਾਂ ਦੇ 2 ਬੱਚੇ ਤਾਰਾ ਭਗਤ ਥਿੰਦ ਤੇ ਡੇਵਿਡ ਭਗਤ ਥਿੰਦ ਉਹਨਾਂ ਦਾ ਜਨਮ ਹੋਇਆ। ਬਚਪਨ ਤੋਂ ਹੀ ਉਹ ਆਪਣੇ ਪਿਤਾ ਜੀ ਦੇ ਵਿਚਾਰਾਂ ਤੋਂ ਪ੍ਰੇਰਿਤ ਹੋ ਕੇ
ਅਧਿਆਤਮ ਨਾਲ ਜੁੜੇ ਸਨ ਤੇ ਪੜ੍ਹਾਈ ਤੋਂ ਬਾਅਦ ਉਹ ਮੈਟਾਫਿਜ਼ਿਕਸ, ਫਿਲਾਸਫੀ ਤੇ ਸਪਿਰਿਚੁਅਲਿਟੀ ਤੇ ਲੈਕਚਰ ਦੇਣ ਲੱਗ ਪਏ, ਜਿਸ ਦੀ ਵਜ੍ਹਾ ਨਾਲ ਉਹ ਸਾਲ ਦੇ 7-8 ਮਹੀਨੇ ਸਫ਼ਰ ਤੇ ਰਹਿ ਕੇ ਅਮਰੀਕਾ ਦੇ ਵੱਖ-ਵੱਖ ਸ਼ਹਿਰਾਂ 'ਚ ਜਾਂਦੇ ਸਨ। PhD ਖਤਮ ਕਰਨ ਤੋਂ ਬਾਅਦ ਉਹਨਾਂ ਦੀਆਂ ਕਿਤਾਬਾਂ ਵੀ ਮਸ਼ਹੂਰ ਹੋਈਆਂ, ਜਿਨ੍ਹਾਂ ਵਿੱਚ ਹਾਊਸ ਆਫ ਹੈਪੀਨੈਸ, ਦ ਰੇਡੀਐਂਟ ਰੋਡ ਟੂ ਰਿਐਲਿਟੀ ਤੇ ਡਿਵਾਈਨ ਵਿਜ਼ਡਮ ਸ਼ਾਮਲ ਹਨ। ਉਹਨਾਂ ਦੀਆਂ ਲਿਖਤਾਂ ਵਿੱਚ ਰੈਲਫ ਵੈਲਡੋ, ਵਾਲਟ ਵਿਟਮਨ ਤੇ ਹੈਨਰੀ ਡੇਵਿਡ ਦੀ ਝਲਕ ਤੇ ਵੇਰਵਾ ਮਿਲਦਾ ਹੈ। 75 ਸਾਲ ਦੀ ਘਟਨਾਵਾਂ ਭਰਪੂਰ ਜ਼ਿੰਦਗੀ ਤੋਂ ਬਾਅਦ 15 ਸਤੰਬਰ 1967 ਵਿੱਚ ਲਾਸ ਐਂਜਲਸ, ਕੈਲੀਫੋਰਨੀਆ 'ਚ ਉਹਨਾਂ ਦਾ ਅਕਾਲ ਚਲਾਣਾ ਹੋਇਆ। ਸਾਲ 2015-16 ਦੁਆਲੇ ਉਹਨਾਂ ਦੇ ਜੀਵਨ ਤੇ ਇੱਕ ਫਿਲਮ ਵੀ ਬਣਨ ਦੀ ਖਬਰ ਆਈ, ਜਿਸ ਵਿੱਚ ਉਹਨਾਂ ਦਾ ਕਿਰਦਾਰ ਵਾਰਿਸ ਆਹਲੂਵਾਲੀਆ ਵੱਲੋਂ ਨਿਭਾਇਆ ਗਿਆ ਹੈ। ਉਮੀਦ ਹੈ ਕਿ ਤੁਹਾਨੂੰ ਇਹ ਹੀਲਾ ਪਸੰਦ ਆਇਆ ਹੋਵੇਗਾ। ਧੰਨਵਾਦ।